ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਕੈਪਟਨ ਤਾਰਾ ਸਿੰਘ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਪੱਲੀ ਝਿੱਕੀ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਕੈਪਟਨ ਤਾਰਾ ਸਿੰਘ ਜੀ ਦਾ ਜਨਮ ਮਾਤਾ ਮਹਾਕੌਰ ਹੁਣਾਂ ਦੀ ਕੁੱਖੋਂ ਪਿਤਾ ਸਰਦਾਰ ਰਾਮ ਸਿੰਘ ਜੀ ਦੇ ਘਰ ਪਿੰਡ ਪੱਲੀ ਝਿੱਕੀ ਵਿਖੇ ਹੋਇਆ। ਮੁੱਢਲੀ ਸਿੱਖਿਆ ਆਪ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲ ਗੈਲਾਂ ਤੋਂ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ ਸਨ 1950 ਵਿੱਚ ਸਰਦਾਰਨੀ ਨਸੀਬ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਸਨ 1952 ਵਿੱਚ ਆਪ ਜੀ ਆਰਮੀ ਵਿੱਚ ਭਰਤੀ ਹੋ ਗਏ। ਆਪ ਜੀ ਦੇ ਘਰ ਇੱਕ ਪੁੱਤਰ ਪ੍ਰਦੀਪ ਸਿੰਘ ਅਤੇ ਦੋ ਪੁੱਤਰੀਆਂ ਕਮਲਜੀਤ ਕੌਰ ਅਤੇ ਕੁਲਵਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਸਾਰੇ ਬੱਚੇ ਅਮਰੀਕਾ ਵਿਖੇ ਸੈੱਟ ਹਨ ਅਤੇ ਆਪੋ ਆਪਣੇ ਕਾਰੋਬਾਰ ਵਿੱਚ ਨਾਮਣਾ ਖੱਟ ਕੇ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਕੈਪਟਨ ਤਾਰਾ ਸਿੰਘ ਜੀ ਹੁਣਾਂ ਨੇ ਆਪਣੀ ਫੌਜ ਦੀ ਨੌਕਰੀ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤੀ। ਆਪ ਜੀ ਨੇ 1961, 1965 ਅਤੇ 1971 ਦੀਆਂ ਜੰਗਾਂ ਲੜੀਆਂ ਅਤੇ ਸਨ 1978 ਵਿੱਚ ਆਪ ਜੀ ਕੈਪਟਨ ਵਜੋਂ ਸੇਵਾ ਮੁਕਤ ਹੋਏ। ਕੈਪਟਨ ਤਾਰਾ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਰਿਹਾ ਕਰਦੇ ਸਨ। ਉਹਨਾਂ ਦੇ ਲਾਇਕ ਸੁਪੁੱਤਰ ਭਾਈ ਕੁਲਦੀਪ ਸਿੰਘ ਜੀ ਤੇ ਸਮੂਹ ਪਰਿਵਾਰ ਨੇ ਅੱਜ ਸੱਚੀ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਅੰਤਮ ਅਰਦਾਸ ਵਾਸਤੇ ਅੱਜ ਦਾ ਦਿਨ ਰੱਖੇ ਤੇ ਸਤਿਗੁਰੂ ਤੇਗ ਬਹਾਦਰ ਫਰਮਾਨ ਕਰ ਰਹੇ ਨੇ, ਇੱਕ ਵਿਰਸੇ ਇੱਕ ਆਸ਼ਰਮ ਆਣਾ। ਸਤਿਗੁਰੂ ਕਹਿੰਦੇ ਕੈਸੇ ਕਮਾਲ ਦੀ ਗੱਲ ਹੈ, ਇੱਕ ਸੰਸਾਰ ਨੂੰ ਛੱਡ ਕੇ ਚਲਾ ਗਿਆ, ਇੱਕ ਪੰਜ ਭੂਤ ਸਰੀਰ ਨੂੰ ਤਿਆਗਦੀ ਹੋਈ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਰਾਜੀ, ਉਹ ਬਿਰਸ ਗਿਆ। ਪਰ ਸਤਿਗੁਰੂ ਕਹਿੰਦੇ ਕਮਾਲ ਦੀ ਗੱਲ ਇਹ ਹੈ, ਚਾਰ ਸੱਜਣ ਆਰਥੀ ਨੂੰ ਮੋਢਾ ਲਾਇਆ ਹੋਇਆ ਹੈ, ਆਰਥੀ ਚੱਕੀ ਜਾ ਰਹੇ ਨੇ। ਇੱਕ ਬਿਰਸ ਹੈ, ਉਹ ਸੰਸਾਰ ਛੱਡ ਕੇ ਚਲਾ ਗਿਆ, ਇੱਕ ਆਸਰਾ ਮਰਨਾ। ਆਰਥੀ ਚੱਕਣ ਵਾਲੇ ਕਹਿੰਦੇ ਨੇ ਇਹ ਤਾਂ ਮਰ ਗਏ, ਪਰ ਕਦੀ ਆਰਥੀ ਚੱਕਣ ਵਾਲੇ ਨੂੰ ਇਹ ਬੰਦਾ ਕਹੇ ਕਿ ਤੂੰ ਵੀ ਮਰ ਜਾਣਾ, ਗਲ ਪੈ ਜਾਵੇਗਾ। ਸਤਿਗੁਰੂ ਕਹਿੰਦੇ ਉਹ ਨਹੀਂ ਮਰਦਾ, ਵੀ ਮੈਂ ਮਰਦਾ। ਸੱਚਾਈ ਇਹ ਹੈ, ਸਤਿਗੁਰੂ ਕਹਿੰਦੇ ਨੇ ਐ ਆਰਥੀ ਨੂੰ ਮੋਢਾ ਲਾਉਣ ਵਾਲੇ ਇਹਦੇ ਵਿੱਚੋਂ ਕੁਛ ਨਾ ਯਾਦ ਕਰ, ਜੇ ਅੱਜ ਇਹ ਪ੍ਰਾਣੀ ਚਲਾ ਗਿਆ ਤਾਂ ਜਾਣਾ ਤੂੰ ਨਹੀਂ ਹੈ, ਹਰ ਕੋਈ ਚਲਾ ਜਾਣਾ। ਜੋ ਉਪਯੋਗ ਸੋ ਬਿਰਸ ਹੈ, ਜੋ ਬਿਰਸ ਮਾਨ ਹੈ, ਕਦੀ ਸਥਿਰ ਨਹੀਂ ਰਹਿੰਦਾ। ਜੋ ਦੇਖ ਰਹੇ ਹੈ ਉਹ ਸਭ ਚਲਾ ਜਾਵੇਗਾ ਤੇ ਰਹੇਗਾ ਕੀ। ਸਤਿਗੁਰੂ ਕਹਿੰਦੇ ਨੇ ਰਾਮ ਗਿਓ ਰਾਵਣ ਗਿਓ, ਜਾਂ ਕੋ ਬਹੁ ਪਰਵਾਰ ਨਹੀਂ ਫਿਰ ਰਹੇਗਾ, ਪਰ ਸਵਾਲ ਉੱਠਿਆ ਕੋਈ ਰਹਿ ਵੀ ਜਾਵੇਗਾ। ਸਤਿਗੁਰੂ ਕਹਿੰਦੇ ਨੇ ਹਾਂ ਨਾਮ ਰਹੋ ਸਾਧ ਰਹੋ ਗੁਰੂ ਗੋਬਿੰਦ। ਜਾਂ ਤਾਂ ਪਰਮਾਤਮਾ ਦਾ ਨਾਮ ਰਹਿ ਜਾਵੇਗਾ ਤੇ ਜਾਂ ਸੇਵਨ ਕਰਨ ਵਾਲੀਆਂ ਰੂਹਾਂ ਦਾ ਨਾਮ ਰਹਿ ਜਾਵੇਗਾ, ਵਰਨਾ ਸਭ ਕੁਝ ਚਲਾ ਜਾਵੇਗਾ। ਦ੍ਰਿਸ਼ਮਾਨ ਕੁਛ ਰਹਿ ਨਹੀਂ ਜਾਵੇਗਾ। ਜਿਸ ਤਰ੍ਹਾਂ ਇੱਕ ਰਾਜਾ, ਉਹਦਾ ਇੱਕੋ ਇੱਕ ਪੁੱਤਰ ਬਿਮਾਰ ਤੇ ਬੜਾ ਇਲਾਜ ਕਰਾਇਆ, ਬੜੇ ਹਕੀਮ ਵੈਦ ਬੁਲਾਏ, ਪਰ ਲੜਕਾ ਠੀਕ ਨਹੀਂ ਹੋ ਰਿਹਾ। ਇੱਕ ਦਿਨ ਰਾਤ ਨੂੰ ਸੁੱਤਾ ਪਿਆ ਰਾਜਾ ਕੋਲ ਲੜਕੇ ਤੇ ਰਾਣੀ ਬੈਠੀ ਦੇਖ ਰਹੀ ਹੈ, ਇੱਕੋ ਇੱਕ ਪੁੱਤਰ
ਇਹ ਰਾਜ ਭਾਗ ਦਾ ਮਾਲਕ ਇਹ ਸ਼ਾਇਦ ਦੁਨੀਆ ਉੱਤੇ ਨਾ ਰਹੇ। ਜਵਾਬ ਦੇ ਦਿੱਤਾ ਇਹ ਨਹੀਂ ਬਚ ਸਕੇਗਾ ਕਿ ਰਾਜਾ ਨਾਲ ਪਿਆ ਹੋਇਆ ਅੱਖ ਲੱਗ ਗਈ, ਜਿਹਦਾ ਕੋਈ ਪੁੱਤਰ ਹੋਵੇ ਉਹਨੂੰ ਪਤਾ ਲੱਗ ਜਾਵੇ ਸੰਸਾਰ ਉੱਤੇ ਨਹੀਂ ਰਹੇਗਾ, ਉਸ ਬਾਪ ਨੂੰ ਉਸ ਮਾਂ ਨੂੰ ਕਦੀ ਨੀਂਦ ਨਹੀਂ ਆ ਸਕਦਾ। ਪਰ ਭਾਬੀ ਦਾ ਚੱਕਰ ਰਾਜੇ ਦੀ ਅੱਖ ਲੱਗ ਗਈ। ਅੱਧੀ ਰਾਤ ਹੋਈ ਤੇ ਜਦੋਂ ਰਾਣੀ ਨੇ ਉੱਚੀ ਧਾਹ ਮਾਰੀ, ਨੌਕਰ ਚਾਕਰ ਭੱਜੇ, ਆ ਕੇ ਦੇਖਿਆ ਰਾਜੇ ਦਾ ਇੱਕੋ ਇੱਕ ਪੁੱਤਰ ਅਕਾਲ ਚਲਾਣਾ ਕਰ ਗਿਆ, ਨਹੀਂ ਰਿਹਾ। ਕੇਵਲ ਮਿੱਟੀ ਦਾ ਭਾਂਡਾ ਪਿਆ, ਵਿੱਚੋਂ ਭਾਰ ਉੱਡ ਗਿਆ। ਰਾਣੀ ਬਰਲਾਪ ਕਰ ਰਹੀ ਹੈ, ਚਾਰ ਚਫੇਰੇ ਨੌਕਰ ਖੜੇ ਨੇ। ਤੇ ਜਦੋਂ ਰਾਜਾ ਉੱਠਿਆ, ਰਾਜਾ ਉੱਠ ਕੇ ਮਰੇ ਹੋਏ ਪੁੱਤਰ ਨੂੰ ਦੇਖ ਕੇ ਫਿਰ ਬੁਲਾ ਕੇ ਹੱਸਣ ਲੱਗ ਪਿਆ। ਹੁਣ ਰਾਣੀ ਸੋਚਦੀ ਹੈ, ਨੌਕਰ ਸੋਚਦੇ ਨੇ ਵੀ ਸ਼ਾਇਦ ਇੱਕ ਪੁੱਤਰ ਅਕਾਲ ਚਲਾਣਾ ਕਰ ਗਿਆ ਹੈ। ਇਹ ਰਾਜੇ ਦੇ ਪ੍ਰੇਮ ਤੇ ਇਹਦੇ ਦਿਮਾਗ ਤੇ ਅਸਰ ਪੈ ਗਿਆ। ਇਹ ਰਾਜਾ ਮੈਂਟਲ ਹੋ ਗਿਆ, ਦਿਮਾਗ ਤੌਰ ਤੇ ਸੈੱਟ ਨਹੀਂ ਰਹਿ ਗਿਆ। ਇਸ ਲਈ ਕੋਲ ਪੁੱਤਰ ਮਰਿਆ ਪਿਆ ਤੇ ਰਾਜਾ ਹੱਸ ਰਿਹਾ। ਨੌਕਰ ਚਾਕਰਾਂ ਨੇ ਬੁੱਢੇ ਤੋਂ ਫੜਿਆ, ਰਾਜੇ ਨੂੰ ਹਰੂਣਾ ਦਿੱਤਾ। ਕਹਿਣ ਲੱਗੇ, ਰਾਜਨ ਦੇਖ ਕੇ ਰਾਜੇ ਕੋਈ ਪੁੱਤਰ ਸੰਸਾਰ ਨੂੰ ਅਲਵਿਦਾ ਕਹਿ ਗਏ, ਉਹ ਨਹੀਂ ਰਹਿ ਗਿਆ, ਮਰ ਗਿਆ। ਤੇ ਰਾਜਾ ਹੱਸਦਾ ਕਹਿ ਰਿਹਾ, ਮੈਨੂੰ ਪਤਾ ਹੈ ਮੇਰਾ ਪੁੱਤਰ ਮਰ ਗਿਆ, ਪਰ ਕਹਿੰਦਾ ਮੈਂ ਜਦੋਂ ਸੁੱਤਾ ਪਿਆ ਸੀ, ਸੁਪਨੇ ਦੇ ਵਿੱਚ ਮੇਰੇ 7 ਪੁੱਤਰ ਸੀ ਤੇ ਮੈਂ ਤਾਂ ਵੀ ਰਾਜਾ ਸੀ। 7 ਪੁੱਤਰ ਮੇਰੇ ਅੱਗੇ ਪਿੱਛੇ ਫਿਰ ਰਹੇ ਸੀ। ਤੇ ਕਹਿੰਦਾ ਜਿਉਂ ਹੀ ਸੁਪਨਾ ਟੁੱਟਿਆ ਤੇ ਜਿਹੜਾ ਇੱਕ ਸੀ ਪੱਲੇ ਉਹ ਵੀ ਲੱਗ ਗਿਆ। ਉਹ 7ਵੀਂ ਸੁਪਨਾ ਟੁੱਟਿਆ ਤਾਂ 7 ਵੀ ਜਾਂਦੇ ਰਹੇ। ਤੇ ਜਦੋਂ ਨੇਤਰ ਖੁੱਲੇ ਤੇ ਜਿਹੜਾ ਸੰਸਾਰ ਵਿੱਚ ਇੱਕ ਮਿਲਿਆ ਸੀ ਉਹ ਵੀ ਹੱਥੋਂ ਚਲਾ ਗਿਆ, ਉਹ ਵੀ ਨਾ ਰਿਹਾ। ਤੇ ਸਤਿਗੁਰੂ ਕਹਿੰਦੇ ਨੇ ਝੂਠਾ ਮਨ ਸਾਚਾ ਕਰ ਮਾਨੇ, ਜੋ ਸੁਪਨੇ ਰਹਿਣ ਆਈ। ਸਤਿਗੁਰੂ ਕਹਿੰਦੇ ਨੇ ਜਿਸ ਤਨ ਨੂੰ ਤੂੰ ਇਹ ਗੱਲ ਕਹਿ ਰਿਹਾ ਹੈ ਕਿ ਤਨ ਮਿਟੇਗਾ ਨਹੀਂ, ਇਹ ਤਨ ਮੇਰੇ, ਯਾਦ ਰੱਖ ਸੰਸਾਰ ਨੂੰ ਤਾਂ ਉਹ ਅਲਵਿਦਾ ਕਹਿ ਗਏ। ਸਤਿਗੁਰੂ ਕਹਿੰਦੇ ਨੇ ਲੰਕਾ ਸਾਕੋਟ ਸਮੁੰਦ ਸੀ ਖਾਈ, ਤੇਰਾ ਹਰ ਖਬਰ ਨਾ ਪਾਈ। ਸਤਿਗੁਰੂ ਕਹਿੰਦੇ ਨੇ ਉਹ ਰਾਵਣ, ਤੁਹਾਨੂੰ ਪਤਾ ਹੈ ਬਾਦਸ਼ਾਹ ਕਿਲਾ ਬਣਾਉਂਦੇ ਸੀ ਤੇ 4 ਚਫੇਰੇ ਇੱਕ ਡੂੰਘਾ ਹਾਇਆ ਭਰ ਦਿੰਦੇ ਸੀ, ਉਹ ਪਾਣੀ ਦਾ ਭਰ ਦਿੰਦੇ ਸਨ ਤੇ ਕੋਈ ਵੀ ਬੰਦਾ ਇਸ ਖਾਈ ਨੂੰ ਪਾਰ ਨਾ ਕਰ ਸਕੇ। ਤੇ ਸਤਿਗੁਰੂ ਕਹਿੰਦੇ ਨੇ ਲੰਕਾ ਪਤੀ ਰਾਵਣ ਸੋਨੇ ਦੀ ਲੰਕਾ ਤਿਆਰ ਕਰਕੇ ਤੇ ਖਾਈ ਪੱਟੀ ਨਹੀਂ, ਖਾਈ ਕਾਹਦੀ ਸਮੁੰਦਰ ਦੇ, ਜਿਹਨੂੰ ਪਾਰ ਨਹੀਂ ਹੋ ਸਕਦਾ। ਤੇ ਸਤਿਗੁਰੂ ਕਹਿੰਦੇ ਨੇ ਤੇ ਰਾਵਣ ਘਰ ਖਬਰ ਨਾ ਪਾਈ। ਜਦੋਂ ਮੌਤ ਆਈ ਤੇ ਰਾਵਣ ਦੇ ਘਰ ਦੇ ਵਿੱਚ ਖਬਰ ਤੱਕ ਨਹੀਂ ਗਈ। ਮੌਤ ਇੱਕ ਉਹ ਚੀਜ਼ ਹੈ ਜਦੋਂ ਆਉਂਦੀ ਹੈ ਤਾਂ ਇਨਸਾਨ ਨੂੰ ਦੱਸ ਕੇ ਨਹੀਂ ਆਉਂਦੀ। ਇੱਕ ਜੰਗਲ ਦੇ ਵਿੱਚ ਰਾਜਾ ਬੈਠੇ ਤੇ ਰਾਜੇ ਨੂੰ ਪਤਾ ਲੱਗਾ ਮੇਰੇ ਰਾਜ ਦੇ ਜੰਗਲ ਦੇ ਵਿੱਚ ਇੱਕ ਮਹਾਪੁਰਖ ਰੱਬ ਨਾਲ ਪਹੁੰਚਿਆ ਹੋਇਆ। ਕਿਉਂ ਨਾ ਉਹਦੇ ਦਰਸ਼ਨ ਕੀਤੇ ਜਾਣ। ਰਾਜਾ ਬੰਦਗੀ ਵਾਲਾ ਨੇਕ ਰਾਜਾ ਤੇ ਇਹਨੂੰ ਮਹਾਪੁਰਖਾਂ ਨੂੰ ਵੀ ਪਤਾ ਲੱਗ ਗਿਆ ਕਿ ਕਦ ਨੂੰ ਰਾਜਾ ਹੋਵੇ। ਰਾਜੇ ਨੇ ਫੈਸਲਾ ਕਰ ਲਿਆ ਕਿ ਫੌਜ ਨਹੀਂ ਲੈਣੀ, ਕੋਈ ਵੀ ਇੱਕ ਵੀ ਇਨਸਾਨ ਪਰਿਵਾਰ ਦਾ ਮੈਂਬਰ ਨਹੀਂ ਲੈਣਾ, ਕੇਵਲ ਇਕੱਲੇ ਨੇ ਮਹਾਪੁਰਖਾਂ ਕੋਲ ਜਾਣਾ। ਅਮਰ ਤੋੜਾ ਹੋਇਆ
संतां ने अपने चेले नूं आवाज दी, क्या लैने प्यारिया आ जिहड़ी चटाई विछी हुई है पट्ठी कर लै तेनू अंदर रख दे। चेला कहन लगा गुरु जी कि अज किसी ने मिलने वास्ते नहीं आना? महात्मा कहन लगा आना है पर अज चटाई की जरूरत नहीं। सत बचन क्या चटाई चुकी अंदर रख दी ते इधरों राजा कला तोया ते महापुरुषों के आश्रम पहुंच गए। जाके देखे महापुरुषों की अखां बंद ने, समाधि लगी हुई है। ते जाके बोल गया महापुरुषो मैं तुहानू नमस्कार करना, प्रणाम करो। महापुरुषों ने हाथ खड़ा कर दिया। राजे ने सोचा भी शायद उस महापुरुष को सुनिया नहीं। थोड़ी जी उच्ची आवाज में कहने लगा महापुरुषो मैं तुहानू प्रणाम करना, नमस्कार की प्रणाम कर। ते महापुरुषों ने जबान हिलाई, क्या बैठ जा भाई। फिर सोचा भी इन्हें पता नहीं लगा भी मैं राजा चढ़ के कोल आया, मैं मेरी नहीं मिली। उच्ची आवाज में बोल जाके कहने लगा महापुरुषो मैं तुहानू प्रणाम पहला भी किया प्रणाम करना, प्रणाम कर। ते महापुरुषों ने नेत्र खोले, कहने लगे राजन जब तू पहला बोलिया सी तू पता लग गया सी तू राजा। बैठ जा, मैं तेन पहला इशारा किया सी, हुण भी मैं तेन कह रहा बैठ जा। ते जदों राजे ने देखा भी ये मिट्टी है थले, कोई निशाना नहीं, कोई बैठने वास्ते जगह नहीं, ते राजे ने अपनी पोशाक जो पाई हुई सी इन्हें इकट्ठी की झोली विच पाई ते पैरों पर बैठ गया। महापुरुषों ने चेले को आवाज मारी, कहने लगे वो प्यारिया आ बाहर, तेनू मैं एक तमाशा दिखावा। तो राजा सोचने लगा एक संत है, एक मैं ते तीसरा का चेला ही नहीं, कहना तमाशा दिखाना भाई। हुण सोचा मैं सोच रहे ते जदों चेला आया ते महापुरुष कहने लगे वो चेलिया प्यारिया देख कैसा दुनिया का कवरेज है। माटी से बना हुआ इंसान आज माटी से परहेज है। मिट्टी लगन तो अपनी पेशाब इकट्ठी करके बैठ रहे हैं। ते राजे को महापुरुषों ने कहा राजन बैठ, एक मैं तेनू कहानी सुनावा। राजा बैठ गया, कहने लगा राजन तेरे वर्गा राजा सी, ओदे 3 मित्र सी। सब तो पहला मित्र वो सी जिन्हें जन्म को लेके आखिरले समय तक कोई मित्रता छड़ी नहीं और एक पल वास्ते भी जुदा नहीं हुआ। वो पहला मित्र ते दूसरा मित्र सवेरे शाम मिलया करता सी, ते तीसरा मित्र वो सी कई बार सालां बदी लंघ जाते सी ते उहदे नाल मलाप नहीं सी होगा, उहनूं मिलदा नहीं सी। ऐ राजन एक बार उस बादशाह उस राजे को याद आई ते पहले मित्र को जिहड़ा एक पल वास्ते नहीं सी विछड़े, उहनूं कहण लगा मित्रा अज मैं कचहरी विच जाना है, उत्थे मेरा हिसाब किताब होना है ते तू मेरा गवाह बन के मेरा जामन बन के तू मेरे नाल जाना। जेड़ा मित्र एक पल नहीं सी विछड़िया उन्हें हाथ खड़े कर दिते, कहन लगा ना भाई बस इस तो बाद तेरे नाल मैं एक पल वास्ते भी तुर नहीं सकता, बस इन्ना तेरा मेरा साथ सी, तू कचहरी की गल करता मैं नहीं जा सकता। जवाब दे दिता ते दूसरे मित्र को गया,
कहने लगा मित्रा अज मेरा हिसाब किताब होना है ते तू मेरा जामन बन के मेरा गवाह बन के मेरी गवाही बनी है ते तू कचहरी मेरे नाल जाना। जिहड़ा सवेरे शाम करता सी वो कहने लगा देख भाई मैं तेरे नाल जा सकदा पर केवल कचहरी के दरवाजे तक जा सकदा उस तो अगे नहीं मैं जा सकदा बस इत्थे तक मैं जा सकदा तेरी गवाही नहीं दे सकदा अगे जाके। हुण फिर गया तीसरे मित्र कोल जिन्हों सालां बद्धी लंघ जांदे सी कदी मिलदा सी ते कदी नहीं सी मिलदा। फिर ਉਹਦੇ ਕੋਲ चला गया ਉਹਨੂੰ जाके कहने लगा प्यारिया मैं अज कचहरी विच जाना है की तू मेरा साथ मेरा गवाह बन के तू जा सकदा है। वो कहने लगा मित्रा अज तू मेरे को आ गया है याद रख तू कचहरी की गल करदा चल जिथे तक चलना है मैं तेरे नाल चलांगा तेरा साथ नहीं छड्डांगा। राजा बड़ा हैरान होया कहने लगा महापुरखों मैं गल समझिया नहीं जेड़ा मित्र तुसी कहते हो एक पल वास्ते जुदा ना होया वो जवाब दे गया ते जेड़ा शाम सवेरे मिलदा सी वो कहने लगा केवल दरवाजे तक जावांगा ते जेड़ा सालां बद्धी मिलिया ना उन्हें कदे कह दिता भी मैं तेरा साथ निभावांगा। महापुरुष कहने लगा राजन ये तीन साथी तीन मित्र तेरे भी हर कदे में कहने लगा केड़े कहने लगा पहला मित्र है तन ये शरीर मां दे गर्भ चों मिलिया ते मरदे दम तक एक पल भी जुदा ना होया ये है पहला मित्र। पर जदों ये आत्मा कहने लगी ना मैं हुण जा रही हूं मेरा हिसाब किताब होना की तू मेरे नाल जा सकदा ते तन कहने लगा ना भाई बस तेरा मेरा साथ देना ही सी तू हुण मेरे विच नहीं रह सकदी ते मैं एक कदम तेरे नाल नहीं पड़ सकदा। ये है पहला साथी मित्र जिउंदे जी आत्मा दे वसन तक ये मित्र है ते दूसरा मित्र कौन धियां पुत्र साथ संबंधी मित्र दोस्त भैन भरा स्त्री ते कहने लगे ये मित्र जिन्हां को शाम सवेरे दोवें जिथे मर्जी गया पर अमृत वेले और रात में जरूर परिवार विच बैठा ते जदों उन्हां नूं कहा कि मेरा हिसाब किताब दे सकदे हो चल के नाल उन्होंने भी जवाब दे दिता कहने लगे असीं केवल कचहरी के दरवाजे तक दरवाजा केड़ा सारे आपां जानदे हां केवल इस तन नूं हर बंदा कबरां तक जांदा है कोई कबरां खो के गया बस कबरां दे विच जाके अगल भेंट कीती ते कह दिता मित्रा लै तेरा साडा इन्ना की मेल छड़ दिता। ते तीसरा मित्र कौन सी वो सी परमात्मा जिन्हों सारी जिंदगी भी कई बार ना आराधना की ना याद किया पर जब पता लग गया ना कम समा आ गया ते फिर एक मन चित हो के क्या परमात्मा मैं भुल गया मैं सारी जिंदगी नहीं याद किया ऐ परमात्मा हुण इस आत्मा ने जाना मेरा सहाई तू होई ते फिर रब कहंदा ऐ आत्मा तू एक बार मेरी शरण विच आ गई है तू जिउंदे दी गल छड्ड मरण तो बाद भी तेरा साथ नहीं छड्डांगा। ये है परमात्मा ते धन गुरु नानक देव जी गुरबाणी विच फरमान करदे ने नाम कचड़िया सो तोड़ ढूंढ साईं सजण पतिया ओ जवेंदे विछड़े ओ मोया राजा दी छोड़। सतगुरु कहंदे ने मित्रा ये दरियावियां नूं छड्ड के सज्जन सच्चा परमात्मा नाल नाल है ये तेरे मित्र धीआं पुत्र रिश्तेदार ये जिउंदियां भी तेरा शरीर काम करनों छड्ड गया ते तेरा साथ छड्ड देणगे ये जवेंदे विछड़े ये विछड़ जाणगे पर एक परमात्मा है वो मोया ना जाई छोड़। आत्मा दे नाल जिथे तक तेरी आत्मा जाएगी
जे तू आराधना करेगा उस परमात्मा की भक्ति करेगा मित्रा तो परमात्मा साथ नहीं छड़ेगा। तो सतगुरु फरमान कर रहे हैं एक लख पूत समानत नाती तेरा मन करे दिया सतगुरु कह रहे एक लख पूत समानत नाती इन्ना बड़ा प्रवाह पर कहते रावण कर दिया रावती राणा रावण कोर है रंग न तुम फकीर वारी आपो अपनी कोई न बंदे धीर जो आया सो चल सी सब को आई वारी महावाकन सारा विधर कर दे सचे पातशाह जी प्रीतवान ऐसा पाई तारा संग सूबेदार सचे पातशाह जी जिन्हें मात बगदी ਸਵਾਸਾਂ ਦੀ ਪੂੰਜੀ ਆਪ ਜੀ ਨੇ ਬਖਸ਼ਿਸ਼ ਕੀਤੀ ਸੀ ਜਿੱਥੇ ਪੂੰਜੀ ਨੂੰ ਭੋਗਦਿਆਂ ਹੋਇਆ ਆਪ ਜੀ ਦੇ ਹੁਕਮ ਅਨੁਸਾਰ ਆਪ ਜੀ ਦੇ ਸੱਦੇ ਅਨੁਸਾਰ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਇ ਦੇ ਮਹਾਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀ ਦੇ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਉਹ ਅਕਾਲ ਚਲਾਣਾ ਕਰ ਗਏ ਸਨ ਤਿਨਾਂ ਦੇ ਨਮਿਤ ਸੱਚੇ ਪਾਤਸ਼ਾਹ ਉਹਨਾਂ ਦੇ ਸਮੂਹ ਪਰਿਵਾਰ सतगुरु जी आप जी के चरणों का ओट के आसरा लैके परिवार वालों सतगुरु रब्बी बाणी अलाही बाणी उची तो सच्ची बाणी भटकी बाणी के सतगुरु जी शुभ श्री सहजा प्रारंभ करवा के सतगुरु जी ग्रह विखे भोग पवाए सतगुरु पातशाह जी उस विछड़ी आसमान सतगुरु पातशाह कृपा करना गरीब नवाज पातशाह लेखे कदे ना छुट्टी है खिन खिन भुलनहार बख्शनहार बख्श लै नानक पार उतार जेता समुद्र सागर नीर भरिया तेते औगण हमारे दया करो किश मेहर उपावो डुबदे पत्थर तारे जीवड़ा अगन बराबर नब्बे भीतर वगे काते प्रणवत नानक हुक्म पछाणे सुख हुआ दिन राति देव सज्जन असीसड़ियां ज्यों वह साहिब समेत कृपा करके पातशाह उस विछड़ी आत्मा अपने चरणों का मिलाप बख्शियो परिवार में भाना मनन का बल बख्शना परिवार में सुख शांति बख्शिश करना बच्चों के सिर ते विरध हथ रखा आने वाला समय सुखों का बख्शिश करना सतगुरु पातशाह परिवार में सतगुरु जी पातशाह के विरध रखना करके सदनाश करना मेहर करनी सतगुरु जी संगत की अरदास विनती करीबन वाज अपने दर ते प्रवान करनी पातशाह आप जी रब्बी बाणी अलाही बाणी धुरकी बाणी दे सतगुरु जी सहज अपना सतगुरु पातशाह जी फल सतगुरु पातशाह उस विछड़ी आत्मा दे सतगुरु की प्रवान लेखे दिन चलाना गरीबन वाज पातशाह परिवार वालों सतगुरु आप जी का शुकराना धन्यवाद करते हैं गरीबन वाज पातशाह सुखे वस्त्र आगे पातशाह जी भेंट कीते ने अगे कार करना जी पातशाह जिन्होंने खजाना मार ला के बस राई सो खजाने भरपूर करने पातशाह बख्शिया होया खजानिया दे विचों सरदार दारा सिंह जी दे नवे सतगुरु पातशाह जी वस्त्र बर्तन बिस्तरा तथा सतगुरु पातशाह जी पटावा आजम ने कृपा करना गरीबन वाज पातशाह जी इस पटावा का फल सतगुरु पातशाह जी उस पुष्टि आत्मा प्रदान करना मेरे करके अपने चरणों का मिलाप बख्शिश करना जी आप जी का बख्शा मिलाने के सतगुरु पाठी संगति जीव का वास्ता सतगुरु पातशाह माया जी का फल है जिन्हें जिन्हें ज्ञान माया सुख में भरपूर करने का और दूर करने कमाइयां जो अधि कारोबार की बरकत पाने पातशाह जी आने वाला समय परिवार का सुखों का बख्शिश करना गरीबन वाज पातशाह जी आप जी के बख्शिया हुई दाता अमृत रूपी पंचम कड़ा प्रसाद की दीग साधकर हाजरा करे पाक सार सूट पवित्र लाभ भोग हराय सीत प्रसाद आपने रसना भोग लगे आपने रसना लगे भोग संगत वर्ते जो सके गरीबन वाज पातशाह जी वाहिगुरु 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 नाम के सिवा लंगर प्रसाद सरकर हाजरा है दरबार में हुआ प्रवान संगत प्रसाद मनु प्रसाद संगत काम दी आज्ञा लक्ष्मी गुरु नेड़े चल के सब संगत की हाजिरी का प्रमाण करने चुले कदम सफले करने पातशाह कृपा करो अपन नेक कमाइया सतगुरु पातशाह जी
ਭਾਈ ਸਾਹਿਬ ਭਾਈ ਤਾਰਾ ਸਿੰਘ ਦੇ ਪਰਿਵਾਰ ਵੱਲੋਂ ਸਾਨੂੰ ਵੀ ਸਬਲਾ ਕਰਦਿਆਂ ਉਹਨਾਂ ਦੇ ਨਿਮਿਤ ਗੁਰਦੁਆਰਾ ਸਿੰਘ ਸਭਾ ਦੇ ਰੇਵਨ ਫੰਡ ਵਾਸਤੇ 1100 ਰੁਪਇਆ, ਪਵਿੱਤਰ ਸਥਾਨ ਝੜੀ ਵਾਸਤੇ 1100 ਰੁਪਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਵਾਸਤੇ 1100 ਰੁਪਇਆ, ਗੁਰੂ ਰਵਿਦਾਸ ਮਹਾਰਾਜ ਜੀ ਦੇ ਸਥਾਨਾਂ ਵਾਸਤੇ 1100 ਰੁਪਇਆ ਸਤਿਗੁਰੂ ਜੀ ਪਰਿਵਾਰ ਵੱਲੋਂ ਮਾਇਆ ਅਰਦਾਸ ਹੋਈ ਹੈ। जिन्हों ज्ञान माया ईश्वर ज्ञान भरपूर करने कृपा करना जी, काल कंकड़ दूर करने, मेहर करने, दया करने, बादशाह जी भाना मनन दा बल बख्शना, देसां विदेसां चढ़दियां कला रखना, बच्चों के सिर ते मेहर दा हथ रखना, आने वाला समा सुखां दा बख्शना। गरीबन वाल बादशाह जी पवित्र हुक्मनामा बख्शो, हुक्मनामे दे चलन दा बल बख्शो। सही गुरमत प्यारे मेल जिन्हां मिलिया तेरा नाम चित आवे, नानक नाम चढ़दी कला मेरे भाने सर्वत। वाहिगुरु जी का खालसा, वाहिगुरु जी की फतेह। तनासरी महला चौथा। सेवक सिख पूजन सब आवे, सब गावे हर हर उत्तम गाने। गाविया सुनिया तिनका हर थाए पावे, जिन सतगुर की आज्ञा सत सत कर माने। सेवक सिख पूजन सब आवे, सब गावे हर हर उत्तम बाने। गाविया सुनिया तिनका हर थाए कर पावे, जिन सतगुर की आज्ञा सत सत कर माने। बोलो भाई हर कीरत, हर भव जग तीरथ, हर दर तिनके उत्तम बात है संतो। हर कथा जिन जन हो जाने, रहाओ आपे गुर चेला है आपे, आपे हर प्रभ चोज वडाने। जन नानक आप मलाए, सोई हर मिल से। अवर सब त्याग गुण हर भाने। आपे गुर चेला है आपे, आपे हर प्रभ चोज वडाने। जन नानक आप मलाए, सोई हर मिल से। अवर सब त्याग गुण हर भाने। वाहिगुरु जी का खालसा, वाहिगुरु जी की फतेह। परम सत्कारयोग सतगुरु जी साझी ਅਤੇ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਤਾਂ ਨੂੰ ਸਤਿਕਾਰਯੋਗ ਸਰਦਾਰ ਤਾਰਾ ਸਿੰਘ ਦੇ ਸੂਬੇਦਾਰ, ਉਹਨਾਂ ਦੇ ਬਾਰੇ ਕੀ ਕਹਿਣਾ ਹੈ, ਕਿਉਂਕਿ ਆਪਣੇ ਜੀਵਨ ਦੀ ਜਿਹੜੀ ਪੂੰਜੀ ਹੈ ਉਹ ਬਹੁਤ ਵਧੀਆ ਢੰਗ ਦੇ ਨਾਲ ਜੀਵਨ ਬਤੀਤ ਕਰਕੇ ਗਏ। ਇੱਕ ਦੋ ਮਿੰਟ ਦੇ ਵਿੱਚ ਮੈਂ ਸਮਾਪਤੀ ਕਰਦੇ ਹਾਂ। ਉਸ ਤੋਂ ਬਾਅਦ ਸਰਕਾਰੀਓ
ਭਾਈ ਸੁਖਦੇਵ ਸਿੰਘ ਜੀ ਬਣੇ ਕਿ ਉਹ ਆਪ ਜੀ ਨਾਲ ਪਰਿਵਾਰ ਵੱਲੋਂ ਜੋ 5-4 ਮਿੰਟਾਂ ਦੇ ਵਿੱਚ ਆਪਣੇ ਜੋ ਉਹਨਾਂ ਦੇ ਰਾਬਤ ਸਾਂਝੇ ਕਰਨਗੇ ਬਿਆਨ ਤੇ 2 ਮਿੰਟ ਦੀ ਗੱਲ ਹੈ। ਸਰ ਮੇਰੇ ਸਤਿਕਾਰਯੋਗ ਬਾਪੂ ਤਾਰਾ ਸਿੰਘ ਜੀ ਸੂਬੇਦਾਰ ਦਾਸਰੂ ਤਕਰੀਬਨ ਵਾਹਿਗੁਰੂ ਦੀ ਕਿਰਪਾ ਦੇ ਨਾਲ 23-24 ਸਾਲ ਉਹਨਾਂ ਦੀ ਸੰਗਤ ਕਰਨ ਦਾ ਸੁਭਾਗ ਸਮਾਂ ਮਿਲਿਆ। ਕਦੇ ਵੀ ਉੱਚੀ ਆਵਾਜ਼ ਦੇ ਵਿੱਚ ਜਾਂ ਕਦੇ ਵੀ ਕਿਸੇ ਨੂੰ ਉਹਨਾਂ ਨੇ ਆਪਣੀ ਰਸਨਾ ਤੋਂ ਜੋ ਆਪਾਂ ਵੇਖਿਆ ਹੈ ਕਦੇ ਮਾੜਾ ਬਚਨ ਨਹੀਂ ਸੀ ਬੋਲਦੇ ਤੇ ਨਾ ਹੀ ਕਦੇ ਸਾਧ ਸੰਗਤ ਜੀ ਆਮ ਕਰਕੇ ਪਿੰਡਾਂ ਦੇ ਵਿੱਚ ਖਾਸ ਵੇਖਿਆ ਹੀ ਹੈ ਪਾਰਟੀਆਂ ਵਾਲੀਆਂ ਉਹਨਾਂ ਦੇ ਵਿੱਚ ਵੀ ਕਦੇ ਉਹਨਾਂ ਨੇ ਹਿੱਸਾ ਨਹੀਂ ਸੀ ਲਿਆ। ਜਦੋਂ ਵੀ ਕਦੇ ਕੋਈ ਸੇਵਾ ਵਾਸਤੇ ਕਿਸੇ ਵੀ ਤਰ੍ਹਾਂ ਦੀ ਸੇਵਾ ਚਾਹੇ ਨਗਰ ਦੇ ਸੰਬੰਧ ਵਿੱਚ ਜਾਂ ਕਿਸੇ ਲੋੜਵੰਦ ਦੇ ਸੰਬੰਧ ਵਿੱਚ ਉਹਨਾਂ ਦੇ ਕੋਲ ਆਏ ਉਹਨਾਂ ਨੇ ਕਦੇ ਵੀ ਜਵਾਬ ਨਹੀਂ ਦਿੱਤਾ। ਜਦੋਂ ਵੀ ਆਏ ਉਹਨਾਂ ਨੇ ਹੱਸ ਕੇ ਕਿਹਾ ਹੈ ਬਾਬਾ ਜੀ ਇਹ ਮਾਲਕ ਦਾ ਦਿੱਤਾ ਹੋਇਆ ਦਸਵੰਧ ਹੈ। ਕਿਉਂਕਿ ਸਾਧ ਸੰਗਤ ਜੀ ਇਹ ਉਹਨਾਂ ਦੇ ਜੀਵਨ ਦੀ ਬੜੀ ਵਧੀਆ ਗੱਲ ਸੀ। ਉਹ ਆਪਣੇ ਜੀਵਨ ਦੇ ਵਿੱਚ ਦਿੱਤੇ ਹੋਏ ਪਰਮਾਤਮਾ ਦੀ ਪਹਿਲਾ ਤਾਂ ਬਾਣੀ ਦਾ ਨਿਤਨੇਮ ਕਾਫੀ ਵਰਤੇ ਸਨ। ਦੂਸਰਾ ਜੋ ਵੀ ਉਹਨਾਂ ਕੋਲ 3 ਫੁੱਟ ਹੈਗਾ ਸੀ ਜੋ ਮਾਇਆ ਰੱਖੂ ਉਸ ਦਾ ਦਸਵੰਧ ਵੀ ਉਹ ਲਾਜ਼ਮੀ ਕਰਦੇ ਸੀ। ਪਰ ਇਹ ਕਿਸੇ ਨੂੰ ਸ਼ੋਅ ਨਹੀਂ ਸੀ ਹੋਣ ਦਿੰਦੇ ਕਿ ਜੇ ਮੈਂ ਦਿੱਤਾ ਤਾਂ ਮੇਰਾ ਨਾਮ ਆਉਣਾ ਚਾਹੀਦਾ ਹੈ ਜਾਂ ਮੈਂ ਫਲਾਣੀ ਥਾਂ ਤੇ ਸੇਵਾ ਕੀਤੀ ਹੈ। ਪਰ ਉਹਨਾਂ ਨੇ ਇੱਦਾਂ ਹੀ ਫੜਾ ਦਿੱਤਾ ਭਾਈ ਵਾਹਿਗੁਰੂ ਬੋਲੋ ਪਰਮਾਤਮਾ ਨੇ ਦਿੱਤਾ ਹੈ। ਬੜਾ ਵਧੀਆ ਜੀਵਨ ਬਤੀਤ ਕਰਕੇ ਗਏ। ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ ਆਪ ਜੀ ਦੇ ਨਾਲ ਕੁਝ ਮਿੰਟ ਸਾਂਝੇ ਕਰਨਗੇ। ਉਹਨਾਂ ਦਾ ਵੀ ਧੰਨਵਾਦ। ਉਹਨਾਂ ਨੂੰ ਬੇਨਤੀ ਹੈ ਕਿ ਉਹ ਅੰਦਰ ਸਤਿਗੁਰਾਂ ਦੇ ਹਜ਼ੂਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਨਾਲ ਇੱਕ ਬੇਨਤੀ ਹੈ ਖਾਸ ਸਾਧ ਸੰਗਤ ਜੀ ਜੋ ਪਿਤਾ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਦਸਤਾਰ ਦੀ ਉਹ ਸਿਰਫ ਇੱਕੋ ਦਸਤਾਰ ਨਾਨਕੇ ਪਰਿਵਾਰ ਵੱਲੋਂ ਕੀਤੀ ਜਾਣੀ ਹੈ। ਬਾਕੀ ਕੋਈ ਵੀ ਲੈਣ ਦੇਣ ਨਹੀਂ ਕੀਤਾ ਜਾਣਾ। ਇਹ ਬੇਨਤੀਆਂ ਪਰਿਵਾਰ ਦੀਆਂ ਨੇ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਤ ਸੂਬੇਦਾਰ ਕੈਪਟਨ ਜਿਹੜੇ ਰਿਟਾਇਰ ਹੋ ਕੇ ਆਏ ਸਰਦਾਰ ਤਾਰਾ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਆ। ਵਾਹਿਗੁਰੂ ਤੋਂ ਜਿਨ੍ਹਾਂ ਸਵਾਸਾਂ ਰੋਟੀ ਪੂੰਜੀ ਨੂੰ ਲਿਖਾ ਕੇ ਲੈ ਕੇ ਆਏ ਸੀ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਭੋਗ ਕੇ ਕੁਝ ਦਿਨ ਪਹਿਲਾਂ ਉਹ ਸਾਡੇ ਵਿੱਚੋਂ ਹਮੇਸ਼ਾ ਲਈ ਚਲੇ ਗਏ। ਉਹਨਾਂ ਦੇ ਬਾਰੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਪਾਠੀ ਸਾਹਿਬ ਨੇ ਵੀ ਦੱਸਿਆ ਕਿਉਂਕਿ ਇਹਨਾਂ ਨੇ ਵੀ ਬੜਾ ਲੰਬਾ ਜ਼ਿੰਦਗੀ ਦਾ ਸਮਾਂ ਸਾਡੇ ਨਗਰ 'ਚ ਬਤੀਤ ਕੀਤਾ ਹੈ। ਸਰਦਾਰ ਤਾਰਾ ਸਿੰਘ ਜੀ ਜਿਹੜੇ ਕਿ ਬਹੁਤ ਹੀ ਅਸੂਲ ਪਾਸ ਤੇ ਨੇਕ ਸੁਭਾਅ ਦੇ ਮਾਲਕ ਸਨ। ਜੋ ਵੀ ਕਹਿਣੀ ਤੇ ਕਥਨੀ ਉਹਦੇ 'ਚ ਕਦੇ ਕੋਈ ਫਰਕ ਨਹੀਂ ਸੀ ਰੱਖਦੇ। ਅਸੂਲਾਂ ਦੇ ਬਹੁਤ ਪੱਕੇ ਧਾਰਨੀ ਸਨ। ਨਹੀਂ ਤਾਂ ਅੱਜ ਦਾ ਜੋ ਸਮਾਂ ਚੱਲਦਾ ਹੈ ਆਪਾਂ ਕਦੇ ਕੁਛ ਕਹਿੰਦੇ ਹਾਂ ਕਦੇ ਕੁਛ ਕਰਦੇ ਹਾਂ ਕਿਸੇ ਨੂੰ ਕੁਛ ਕਹਿਤਾ ਪਰ ਉਹਨਾਂ ਦੇ ਬਾਰੇ 'ਚ ਕਦੇ ਕਿਸੇ ਨੇ ਇਹ ਨਹੀਂ ਸੁਣਿਆ ਹੋਣਾ ਜੋ ਵੀ ਉਹਨਾਂ ਨੇ ਗੱਲ ਕਹੀ ਉਹ ਬੜੇ ਦਰੜ ਲਾਦੇ ਨਾਲ ਉੱਤੇ ਪਹਿਰਾ ਦਿੱਤਾ। ਔਰ ਸਰਦਾਰ ਤਾਰਾ ਸਿੰਘ ਜੀ ਦੇ ਪਿਤਾ ਸਰਦਾਰ ਰਾਮ ਸਿੰਘ ਜੀ ਮਾਤਾ ਮਹਾਕੌਰ ਜੀ ਤਕਰੀਬਨ ਜ਼ਿੰਦਗੀ 1932 ਦੇ ਵਿੱਚ ਜਨਮ ਲੈ ਕੇ ਇਸ ਨਗਰ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਜਿਹੜੀ ਹੈ ਉਹ ਪੂਰਾ ਕਰਕੇ 1950 ਦੇ ਵਿੱਚ ਮਾਤਾ ਨਸੀਬ ਕੌਰ ਜੀ ਨਾਲ ਉਹਨਾਂ ਦਾ ਵਿਆਹ ਹੋ ਗਿਆ। ਉਪਰੰਤ 1952 ਦੇ ਵਿੱਚ ਉਹਨਾਂ ਨੇ
फौज की नौकरी जी ज्वाइन की, क्योंकि उस वेले उन्होंने समय पढ़ाई लिखाई का बहुत रिवाज नहीं सी हुंदा। मैं भी समझदा कि एक सार्थक तो वधिया रोल जिहड़ा है किसी भी समाज को अगे चलाने लई उहदी पहल करनी उन्होंने वालों हमेशा की गई। और मिनट जाके उन्होंने बहुत मेहनत के लगन नाल देश की भक्ति जिहड़ी वाली गल है वो की है, क्योंकि तकरीबन उन्होंने जिंदगी के समय के दरम्यान दे विच साडे देश नूं 3 लड़ाइयां जिहड़ियां वो लड़नियां पईयां, जिहदे विच 1962, 65 ते 1978 दी जिहड़ियां लड़ाइयां सी उन्होंने उन्हां दे विच भाग लिया और बहुत वड्डे पद्धर ते जिहड़े साडे देश ने जित्तां प्राप्त कीतियां। आपां सारे उस हिस्ट्री नूं जाणदे हैं, क्योंकि तकरीबन जिहड़े उन्हां लड़ाइयां दे विच साडे देश ने नवी नवी आज़ादी तो बाद प्रफुल्लित होना सी, बदलना सीगा। उस देश को अगे बढ़ाने लई उहदियां सरहदां दी राखी करने लई उस जाबाज सिपाही के तौर पर उन्होंने काम किया। और एक वधिया ते बेदाग ते चंगी नौकरी करने उपरंत उन्होंने 1978 जी है रिटायरमेंट ली और इस नगर के आ गए पक्के तौर पर। जिस तरह उन्होंने सुभाव सीगा सख्त मेहनत करनी, लोगों के विचरना, उन्होंने आउंदियां ही खेतीबाड़ी का जोड़ा काम है वो वाकई अपने बच्चों के परिवार को लैके शुरू किया। मैनू पता है उस वे असी भी 17-18 साल की उम्र के थे, तकरीबन खेतीबाड़ी को हथ लाने का काम असी भी शुरू किया। खेतों के नाल जमीन पैंदी है, दोनों पासे ही गवांढ के नाल जमीन सी। और मैं समझदा कि जिन्ना सानू सिक्ख्या देने लई, सानू काम करने की प्रेरणा देने लई, सानू अगे बढ़ाने लई उन्होंने रोल है। शायद जिस तरह उन्होंने अपने बच्चों को उस तरीके उन्होंने सानू अगे बढ़ाने की शिक्षा दी। खेतीबाड़ी करदियां साडा उन्होंने नाल बहुत वधिया साझ चलती रही और हमेशा ही इकट्ठे रह के गल्लां बातां करनियां, उन्होंने पुछ के असी फसलां बाड़ियां के काम शुरू किए, बीजने बाणे इकट्ठे ही काम जिहड़े आ तकरीबन मैं समझदा कि मेरे नाल उन्होंने जिहड़ी सांझ सी बहुत तकरीबन 10-15 साल असी इकट्ठे खेती करने का जिहड़ा काम है वो करते रहे। और मैं उन्होंने जिंदगी के बारे उन्होंने कामों के बारे उन्होंने असूल प्रस्ते के बारे बहुत ज़्यादा चंगे तरीके नाल ज्ञान है। एक हमेशा ही सार्थक ते चंगा योगदान जिहड़ा चंगी ते नेक सलाह देनी उन्होंने जिंदगी नाल पेश सीगा। लंबा समा जिंदगी का उन्होंने गुजारा किया। वाहिगुरू ते प्रभु ते अटुट विश्वास सी, अमृतपान किया होया सी, उन्होंने गुरु के नाल लगे हुए सी और हमेशा ही पाठ पूजा करके परमात्मा का नाम लैके अपना जो रोटी पानी का खाना खाने का काम बाद करते थे। जदों भी आना, जदों भी मिलना, पिंड दी साझियां गल्लां दे विच, पिंड दे डिवेलपमेंट के कामां दे विच उन्होंने बहुत ही पॉजिटिव रोल जिहड़ा है अदा करने का हमेशा ही उपराला किया। जदों मैं सरपंच बनया नाल उन्होंने इधर रास्ते बड़े खराब होंगे सी, उन्होंने आके बड़े हक के नाल मैनू तो जिस तरह बच्चे प्रदीप होनी है उस तरह ही समझते थे, झिड़के भी मार लेंगे सी, प्यार नाल भी गल करते सी। बड़ा मैं समझदा कि उन्होंने साडे उत्ते हमेशा ही हथ रहा, हक रहा और विश्वास भी रहा। सो उन्होंने जदों भी वो काम साझा नहीं करना वो उन्होंने साफ करना सी उस तरीके नाल जिस तरीके नाल मैं समझदा कि उन्होंने अपनी जिंदगी
ਵਧੀਆ ਤੇ ਸਖਤ ਮਿਹਨਤ ਕਰਕੇ ਜਿਹੜੀ ਹੈ ਬਹੁਤ ਹੀ ਕਾਮਯਾਬ ਜਿਹੜੀ ਜ਼ਿੰਦਗੀ ਹੈ ਉਹਨਾਂ ਨੇ ਬਤੀਤ ਕੀਤੀ ਹੈ। ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਹੀ ਚੰਗੀ ਤਾਲੀਮ ਦਿੱਤੀ। ਪ੍ਰਦੀਪ, ਕਮਲਜੀਤ ਕੌਰ, ਕਵਿੰਦਰ ਕੌਰ ਬੇਟੀਆਂ, ਸਾਰੇ ਹੀ ਪਰਿਵਾਰ ਨੂੰ ਉਹਨਾਂ ਨੇ ਚੰਗੀ ਸਿੱਖਿਆ ਦੇ ਕੇ ਸਮਾਜ ਸੇਵਾ ਲਈ ਤਿਆਰ ਕੀਤਾ। ਮੈਂ ਸਮਝਦਾ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਬੱਚਿਆਂ ਨੇ ਬਹੁਤ ਅੱਛੀਆਂ ਕਾਮਯਾਬੀਆਂ ਪ੍ਰਾਪਤ ਕੀਤੀਆਂ। ਚੰਗੇ ਘਰਾਂ 'ਚ ਇਹਨਾਂ ਦੇ ਵਿਆਹ ਕੀਤੇ ਗਏ। ਔਰ ਪ੍ਰਦੀਪ ਤਕਰੀਬਨ ਸਾਡਾ ਹਮ ਉਮਰ ਸੀ। ਅਸੀਂ ਕਾਲਜ ਟਾਈਮ, ਸਕੂਲ ਟਾਈਮ ਆਲਮੋਸਟ ਕੰਮਾਂ ਕਾਰਾਂ ਵਾਲੇ ਵੀ ਇਕੱਠੇ ਰਹੇ। ਜਿਸ ਤਰ੍ਹਾਂ ਕੈਪਟਨ ਸਾਹਿਬ ਨਾਲ ਮੇਰੀ ਨੇੜਤਾ ਸੀ, ਇਸੇ ਤਰੀਕੇ ਨਾਲ ਇਹਨਾਂ ਨਾਲ ਵੀ ਨੇੜਤਾ ਰਹੀ। ਔਰ ਮੈਂ ਸਮਝਦਾ ਕਿ ਵਿਦੇਸ਼ਾਂ 'ਚ ਜਾ ਕੇ ਜਿਸ ਤਰ੍ਹਾਂ ਸਖਤ ਮਿਹਨਤਾਂ ਕਰਕੇ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕੀਤੀ, ਉੱਥੇ ਜਾ ਕੇ ਇਹਨਾਂ ਨੇ ਆਪਣੇ ਕਾਰੋਬਾਰ ਬਣਾਏ, ਚੰਗੇ ਕਾਰੋਬਾਰ ਸੈੱਟ ਕੀਤੇ, ਚੰਗੇ ਇੰਪਾਇਰ ਸੈੱਟ ਕੀਤੇ, ਆਪਣੇ ਪਰਿਵਾਰ ਵੀ ਸੈੱਟ ਕੀਤੇ, ਆਪਣੇ ਭੈਣਾਂ ਭਰਾਵਾਂ ਨੂੰ ਵੀ ਪਿੱਛੇ ਦੇਖਿਆ, ਆਪਣੇ ਕੰਮਾਂ ਕਾਰਾਂ ਨੂੰ ਵੀ ਦੇਖਿਆ। ਜਦੋਂ ਕਦੇ ਪਿੰਡ ਦੇ ਸਾਂਝੇ ਕੰਮਾਂ 'ਚ ਸਾਨੂੰ ਲੋੜ ਪਈ, ਡਿਵੈਲਪਮੈਂਟ ਦੇ ਕੰਮਾਂ 'ਚ ਲੋੜ ਪਈ, ਚਾਹੇ ਉਹ ਸਟਰੀਟ ਲਾਈਟਾਂ ਲਾਉਣੀਆਂ ਸੀ, ਚਾਹੇ ਹੋਰ ਕੋਈ ਸ਼ਮਸ਼ਾਨ ਘਾਟ ਦੇ ਕੰਮ ਸੀਗੇ ਜਾਂ ਹੋਰ ਵੀ ਕੋਈ ਡਿਵੈਲਪਮੈਂਟ ਦੇ ਕੰਮ ਸੀਗੇ, ਉਹਦੇ 'ਚ ਵੀ ਹਮੇਸ਼ਾ ਹੀ ਇਹਨਾਂ ਨੇ ਜਿੰਨਾ ਵੀ ਯੋਗਦਾਨ ਵੱਧ ਤੋਂ ਵੱਧ ਹੋ ਸਕਿਆ ਪਾਉਣ ਦੀ ਕੋਸ਼ਿਸ਼ ਕੀਤੀ, ਉਪਰਾਲਾ ਕੀਤਾ। ਸੋ ਇਸ ਪਰਿਵਾਰ ਨੇ ਹਮੇਸ਼ਾ ਹੀ ਚੰਗੀਆਂ ਪਹਿਲ ਕਦਮੀਆਂ ਇਸ ਨਗਰ ਦੇ ਵਿੱਚ ਕਰਕੇ ਸਾਨੂੰ ਸਾਰਿਆਂ ਨੂੰ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਨੇ ਜਿੰਨੀ ਵੀ ਇਹਨਾਂ ਨੂੰ ਜ਼ਿੰਦਗੀ ਦਿੱਤੀ, ਉਹਨਾਂ ਨੇ ਸਵੈ ਨਿਰਭਰ ਹੋ ਕੇ ਇੱਕ ਸਾਧੂ ਸੰਤ ਵਾਲੀ ਜ਼ਿੰਦਗੀ ਜਿਹੜੀ ਬਤੀਤ ਕਰਕੇ ਗਏ ਆ। ਮੈਂ ਸਮਝਦਾ ਉਹਨਾਂ ਨੇ ਅਖੀਰ ਤੱਕ ਆਪਣੇ ਆਪ ਨੂੰ ਬਹੁਤਾ ਨਾ ਜ਼ਿਆਦਾ ਕਦੇ ਢਿੱਲੇ ਰੱਖੇ ਹੋਏ, ਨਾ ਕੋਈ ਹੱਥ ਲਵਾਇਆ, ਆਪਣੀ ਕਿਰਿਆ ਆਪ ਸੋਚਦੇ ਰਹੇ। ਲਾਸਟ 1-2 ਦਿਨ ਜ਼ਰੂਰ ਥੋੜਾ ਜਿਹਾ ਢਿੱਲੇ ਹੋਏ, ਪਰ ਫਿਰ ਵੀ ਆਪਣਾ ਜਿਹੜਾ ਉਹਨਾਂ ਦਾ ਹੱਥ ਸੀਗਾ ਉਹਨਾਂ ਨੂੰ ਕਾਇਮ ਰੱਖਿਆ ਔਰ ਆਪਣੀ ਸੈਲਫ ਰਿਸਪੈਕਟ ਨੂੰ ਕਾਇਮ ਰੱਖਿਆ। ਆਪਣੇ ਆਪ ਉੱਠ ਕੇ ਆਪਣਾ ਹਮੇਸ਼ਾ ਹੀ ਕੱਪੜਾ ਲੱਤਾ ਵੀ ਪਾਉਣਾ, ਆਪਣਾ ਜੋ ਵੀ ਅਖੀਰ ਵੇਲੇ ਤੱਕ ਕੰਮ ਜਿਹੜਾ ਉਹ ਆਪ ਕਰਕੇ ਗੱਲਾਂ ਬਾਤਾਂ ਕਰਦੇ ਗਏ। ਪਰ ਮੈਂ ਸਮਝਦਾ ਕਿ ਇੱਕ ਨੇਕ ਇਨਸਾਨ ਜਦੋਂ ਜਾਂਦਾ ਹੈ, ਉਹ ਸਮਾਜ ਦੇ ਵਿੱਚ ਉਸਦਾ ਬੜਾ ਨੁਕਸਾਨ ਹੁੰਦਾ ਹੈ, ਖਲਾਅ ਪੈਂਦਾ ਹੈ। 90 ਸਾਲ ਦੀ ਉਮਰ ਜਿਹੜੀ ਉਹਨਾਂ ਨੇ ਬਤੀਤ ਕੀਤੀ ਹੈ, ਔਰ ਮੈਂ ਸਮਝਦਾ ਇੱਕ ਨਿਰੋਗ ਜ਼ਿੰਦਗੀ, ਵਧੀਆ ਜ਼ਿੰਦਗੀ, ਇੱਕ ਕਾਮਯਾਬ ਜ਼ਿੰਦਗੀ, ਇੱਕ ਮਿਹਨਤਕਸ਼ ਇਨਸਾਨ ਨੂੰ ਦਸਾਂ ਨੌਂ ਦੀਆਂ ਕਮਾਈਆਂ ਕਰਕੇ ਜਿਹੜੀ ਕਰਨੀ ਚਾਹੀਦੀ ਹੈ, ਉਹ ਸਾਰੇ ਦੇ ਸਾਰੇ ਕਰਮਯੋਗੀ ਇਨਸਾਨ ਦੇ ਤੌਰ ਤੇ ਉਹਨਾਂ ਨੇ ਬਤੀਤ ਕੀਤੀ ਹੈ। ਸੋ ਮੈਂ ਸਮਝਦਾ ਕਿ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ। ਔਰ ਵਾਹਿਗੁਰੂ ਦੇ ਅਸੀਂ ਸਾਰਿਆਂ ਨੇ ਚਰਨਾਂ 'ਚ ਆਪਣੀ ਅਰਦਾਸ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਸਾਨੂੰ ਸਾਰਿਆਂ ਨੂੰ ਭਾਵਾਂ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਗੁਰੂ ਰੂਪੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਰਦਾਰ ਤਾਰਾ ਸਿੰਘ ਸੂਬੇਦਾਰ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਇਕੱਤਰ ਹੋਏ ਹਾਂ। ਸਰਦਾਰ ਸੂਬੇਦਾਰ ਸਾਹਿਬ ਪਿਛਲੇ ਕੁਝ ਦਿਨੀ ਸਾਨੂੰ ਵਿਛੋੜਾ ਦੇ ਗਏ ਸਨ ਅਤੇ ਮੇਰਾ ਇਸ ਪਰਿਵਾਰ ਦੇ ਨਾਲ ਬੜੇ ਲੰਬੇ ਸਮੇਂ ਤੋਂ, ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਸੰਬੰਧ ਰਿਹਾ ਔਰ ਹਮੇਸ਼ਾ ਹੀ ਉਹਨਾਂ ਦੀ ਸੰਗਤ ਮੰਨਣ ਦਾ ਮੌਕਾ ਮਿਲਦਾ ਰਿਹਾ। ਬਹੁਤ ਹੀ ਸੂਝਵਾਨ ਅਤੇ ਦੂਰਅੰਦੇਸ਼ੀ ਵਾਲੇ ਉਹ ਸ਼ਖਸ ਸਨ। ਬੜਾ ਲੰਮਾ ਸਮਾਂ ਉਹਨਾਂ ਨੇ ਫੌਜ ਦੇ ਵਿੱਚ ਸੇਵਾ ਕੀਤੀ ਅਤੇ 3 ਲੜਾਈਆਂ ਵੀ ਲੜੀਆਂ। ਸੇਵਾ ਮੁਕਤ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਵੀ ਆ ਕੇ ਖੇਤੀਬਾੜੀ ਦਾ ਬੜਾ ਲੰਮਾ ਸਮਾਂ ਜਿਹੜਾ ਉਹਨਾਂ ਨੇ ਕਾਰੋਬਾਰ ਕੀਤਾ ਅਤੇ ਉਹਨਾਂ ਨੇ ਹਮੇਸ਼ਾ ਹੀ ਪਿੰਡ ਦੀ ਭਲਾਈ ਲਈ ਔਰ ਸਮਾਜ ਭਲਾਈ ਲਈ ਹਮੇਸ਼ਾ ਹੀ ਮੂਹਰੇ ਹੋ ਕੇ ਕੰਮ ਕਰਨ ਦਾ ਉਹਨਾਂ ਨੇ ਹਮੇਸ਼ਾ ਹੀ ਇਸ ਚੀਜ਼ ਨੂੰ ਬੜਾਵਾ ਦਿੱਤਾ। ਅਤੇ ਮੈਂ ਅੱਜ ਸਾਰੇ ਹੀ ਇਸ ਅੰਤਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਏ ਹੋਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਦਾ ਇੱਕ ਇੱਕ ਕਦਮ ਜਿਹੜਾ ਸਾਡੇ ਸਿਰ ਮੱਥੇ, ਔਰ ਪਰਿਵਾਰ ਵੱਲੋਂ ਬੇਨਤੀ ਕਰਦਾ ਕਿ ਵੀ ਸਾਰੇ ਜਿੰਨੇ ਵੀ ਸੰਗਤ ਆਈ ਆ ਉਹ
ਗੁਰੂ ਕਾ ਲੰਗਰ ਜਿਹੜਾ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ, ਗੁਰੂ ਕਾ ਲੰਗਰ ਜਿਹੜਾ ਸਾਰਿਆਂ ਨੇ ਛਕ ਕੇ ਜਾਣਾ, ਕੋਈ ਵੀ ਇਸ ਤੋਂ ਵਾਂਝਾ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ 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 ਸਤਨਾਮ